वेलकम बैक। दिस इज टुडेज विट्स एंड आई एम योर मानसी मैम। ਅੱਜ ਆਪਾਂ ਆਪਣਾ ਡ੍ਰੀਮ ਚਿਲड्रन ਕੰਟੀਨਿਊ ਕਰਾਂਗੇ। ਇਹ ਤੋਂ ਪਹਿਲਾਂ ਇਹਦੇ ਦੋ ਪਾਰਟ ਬਣ ਚੁੱਕੇ ਨੇ। ਜੇਕਰ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਦੋ ਪਾਰਟ ਤਾਂ ਉਹ ਇਹ ਨਾ ਪੜਿਓ, ਨਹੀਂ ਤਾਂ ਕਨਸੈਪਟ ਕਲੀਅਰ ਨਹੀਂ ਹੋਏਗਾ। ਪਹਿਲਾਂ ਉਹ ਦੋ ਪਾਰਟ ਕਲੀਅਰ ਕਰੋ, ਉਹ ਤੋਂ ਬਾਅਦ ਇਹਨੂੰ ਕੰਟੀਨਿਊ ਕਰੋ। ਕਲੀਅਰ। ਤੇ ਇੱਕ ਇਨਫੋਰਮੇਸ਼ਨ ਹੈ ਪੰਜਾਬ ਯੂਨੀਵਰਸਿਟੀ ਵਾਲਿਆਂ ਲਈ, ਜੇਕਰ ਉਹਨਾਂ ਨੇ ਕੋਈ ਹੋਰ ਟੌਪਿਕ ਕੋਈ ਹੋਰ ਵਰਕ ਪੜ੍ਹਨਾ ਮੇਥੋਂ ਤਾਂ ਉਹ ਆਪਣੇ ਸਿਲੇਬਸ ਦੀ ਪਿਕ ਸਰ ਨੂੰ ਇਹ WhatsApp ਨੰਬਰ ਤੇ ਸੈਂਡ ਕਰ ਦਿਓ, ਤਾਂ ਕਿ ਫਿਰ ਮੈਂ ਉਹ ਟੌਪਿਕ ਉਹ ਵਰਕ ਪੰਜਾਬੀ ਲੈਂਗੁਏਜ 'ਚ ਪੜ੍ਹਾ ਦੇਵਾਂ। ਤੇ ਇਹ ਜਿਹੜਾ ਆਪਾਂ ਪੜ੍ਹ ਰਹੇ ਹਾਂ ਡ੍ਰੀਮ ਚਿਲड्रन, ਇਹਦੇ ਆਲਰੇਡੀ ਦੋ ਪਾਰਟ ਮੈਨੇ ਪੰਜਾਬੀ 'ਚ ਪੜ੍ਹਾਤੇ ਨੇ, ਤੁਹਾਨੂੰ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ। ਕਲੀਅਰ। ਹੁਣ ਆਪਾਂ ਪੜ੍ਹਨਾ ਸ਼ੁਰੂ ਕਰਦੇ ਹਾਂ ਆਪਣਾ ਡ੍ਰੀਮ ਚਿਲड्रन। ਇਹ ਲਾਸਟ ਪਾਰਟ ਹੈ। ਆਪਾਂ ਲਾਸਟ ਪੜ੍ਹਿਆ ਸੀ ਮੇਕ ਇਟ ਕੈਰੀ ਹਿਮ ਹਾਫ ਓਵਰ ਦਾ ਕਾਉਂਟੀ ਇਨ ਦ ਮਾਰਨਿੰਗ। ਉਰੇ ਘੋੜੇ ਦੀ ਗੱਲ ਹੋ ਰਹੀ ਸੀ ਵੀ ਉਹ ਇਹਨਾਂ ਨੂੰ ਆਪਣੇ ਉੱਤੇ ਬਿਠਾ ਕੇ ਆਪਣੇ ਆਸ-ਪਾਸ ਦਾ ਏਰੀਆ ਜਿੰਨਾ ਸੀਗਾ ਉਹਦਾ ਅੱਧਾ ਹਿੱਸਾ ਮਾਰਨਿੰਗ 'ਚ ਘੁਮਾਉਂਦੇ ਸੀ। ਕੌਣ? ਘੋੜਾ। ਇਹ ਤੋਂ ਅੱਗੇ ਪੜ੍ਹਦੇ ਹਾਂ। ਐਂਡ ਜੋਇਨ ਦ ਹੰਟਰਸ ਵੈਨ ਦੇਅਰ ਵਰ ਐਨੀ ਆਊਟ। ਕਹਿੰਦੇ ਹੋਰ ਜੌਨ ਲੈਮ ਕੀ ਕਰਦੇ ਸੀ? ਉਰੇ ਜੌਨ ਲੈਮ ਦੀ ਗੱਲ ਹੋ ਰਹੀ ਹੈ, ਯਾਨੀ ਕਿ ਚਾਰਲਸ ਲੈਮ ਦੇ ਭਰਾ ਦੀ। ਠੀਕ ਹੈ। ਕਹਿੰਦੇ ਹੋਰ ਕੀ ਕਰਦੇ ਸੀ? ਜਿਹੜੇ ਸ਼ਿਕਾਰੀ ਸੀ ਉਹ ਕਿਤੇ ਵੀ ਜਾ ਰਹੇ ਹੁੰਦੇ ਸੀ ਤਾਂ ਉਹਨਾਂ ਨੂੰ ਜੁਆਇਨ ਕਰ ਲੈਂਦੇ ਸੀ। ਉਹ ਤੋਂ ਬਾਅਦ ਇੱਕ ਵੱਡੀ ਜੀ ਡੈਸ਼ ਹੈ, ਦੇਖੋ ਆਊਟ ਤੋਂ ਬਾਅਦ ਇਹਨੂੰ ਕਹਿੰਦੇ ਆਪਾਂ EM ਡੈਸ਼। मैंने पहले दो पार्ट्स से भी दसिया भी EM डैश की होंगी है भी उरे राइटर उरे तो अपना एसेइस्ट आ। ठीक है। तो एसेइस्ट रुकदा है, कुछ सोचदा है ते फिर लिखदा है, तो इनू पॉज एक तरह का कह लो, रोक के सोचण दा। ठीक है। तो इहदा काम की है EM डैश दा जिहड़ा मैंने दस्सिया। एंड येट ही लव द ओल्ड ग्रेट हाउस एंड गार्डनस टू। कहंदे हाँ उन्हां नू बड़े ओ जिहड़ा वड्डा जिहा घर सी जिहड़ा 100 टाइम्स बिगर सी दस्सिया सी ना मैंने, ओ वड्डा जिहा घर ते गार्डनस ਜਿਹੜੇ ओल्ड फैशन गार्डन ਸੀ, ਇਹ ਦੋਨੋਂ ਉਹਨਾਂ ਨੂੰ ਬੜੇ ਪਸੰਦ ਸੀਗੇ, ਬੜਾ ਉਹਨਾਂ ਦਾ ਧਿਆਨ ਰੱਖਦੇ ਸੀ ਵੱਡਾ ਘਰ ਦਾ ਗਾਰਡਨਸ ਦਾ। ਜਿਹੜੇ ਇਹ ਜੌਨ ਲੈਮ ਨੇ ਬਹੁਤ ਧਿਆਨ ਰੱਖਦੇ ਸੀ ਪਰ ਜਿਹੜੇ ਚਾਰਲਸ ਲੈਮ ਨੇ ਉਹ ਇਦਾਂ ਦੇ ਬਿਲਕੁਲ ਵੀ ਨਹੀਂ ਸੀ, ਉਹਨਾਂ ਨੂੰ ਕੋਈ ਮਤਲਬ ਨਹੀਂ ਸੀ। ਬਟ ਹੈਡ ਟੂ ਮਚ ਸਪਿਰਿਟ ਟੂ ਬੀ ਆਲਵੇਜ਼ ਸਪੈਂਟ ਅਪ ਵਿਦਿਨ देयर ਬਾਉਂਡਰੀਜ਼। ਹੁਣ ਕਹਿੰਦੇ ਵੀ ਜਿਹੜੇ ਇਹ ਸੀਗੇ ਜੌਨ ਲੈਮ, ਇਹਨਾਂ 'ਚ ਬੜੀ એનર્ਜੀ ਸੀ, ਬੜਾ ਹੋ ਸੀ ਵੀ ਇਹਨਾਂ ਨੂੰ ਬੰਨ ਕੇ ਨਹੀਂ ਰੱਖ ਸਕਦੇ ਆਪਾਂ, ਇਹਨਾਂ ਨੇ ਕੁਛ ਨਾ ਕੁਛ ਕਰੀ ਜਾਣਾ, ਕਦੇ ਇੱਧਰ ਕਦੇ ਉੱਧਰ, ਵੀ ਬੰਨ ਕੇ ਇਹ ਰੱਖੇ ਨਹੀਂ ਜਾ ਸਕਦੇ ਸੀ, ਬਾਉਂਡਰੀਜ਼ 'ਚ ਨਹੀਂ ਕਰ ਸਕਦੇ ਸੀ ਇਹਨਾਂ ਨੂੰ। ਉਹ ਤੋਂ ਬਾਅਦ ਅੱਗੇ ਦੇਖੋ ਫਿਰ EM ਡੈਸ਼ ਆ। EM ਡੈਸ਼ ਮੈਨੂੰ ਤੁਹਾਨੂੰ ਦੱਸਿਆ ਨਾ ਕੀ ਮਤਲਬ ਇਹਦਾ। ਐਂਡ ਹਾਊ देयर ਅੰਕਲ grew up to the man's estate as brave as he was handsome। ਦੇਖੋ देयर ਅੰਕਲ, ਉਰੇ ਅੰਕਲ ਕਿਹਦੇ ਨੇਗੇ? ਆਪਾਂ ਨੂੰ ਇਹ ਤਾਂ ਪਤਾ ਜੌਨ ਲੈਮ ਦੀ ਗੱਲ ਆ, ਯਾਨੀ ਜੌਨ ਲੈਮ ਕਿਹਦੇ ਅੰਕਲ ਲੱਗ ਰਹੇ ਨੇ? ਐਲਿਸ ਔਰ ਜੌਨ, ਜਿਹੜੇ ਉੱਥੇ ਦੋ ਬੱਚੇ ਬੈਠੇ ਕਹਾਣੀ ਸੁਣ ਰਹੇ ਨੇ, ਉਹਨਾਂ ਦੇ ਇਹ ਚਾਚਾ ਨੇਗੇ। ਕਲੀਅਰ। ਤਾਂ ਉਹੀ ਬੱਚੇ ਦੇ ਚਾਚਾ ਯਾਨੀ ਕਿ ਜੌਨ ਲੈਮ। ਠੀਕ ਹੈ। ਕਹਿੰਦੇ ਵੀ ਜਦੋਂ ਉਹ ਵੱਡੇ ਹੋਏ, ਮਤਲਬ ਇੱਕ ਬੰਦੇ ਦੀ ਕੱਦ ਕਾਠੀ 'ਚ ਆਏ, ਤਾਂ ਉਹ ਬਰੇਵ, ਤੇ ਜਿੰਨੇ ਉਹ ਬਰੇਵ ਸੀ ਨਾ ਉਨੇ ਹੀ ਉਹ ਹੈਂਡਸਮ ਸੀ, ਹੈ ਨਾ। ਆਪਾਂ ਸਟਾਰਟਿੰਗ 'ਚ ਪੜ੍ਹਿਆ ਸੀ ਵੀ ਜੌਨ ਲੈਮ ਬਹੁਤ ਹੈਂਡਸਮ ਨੇਗੇ, ਤਾਂ ਹੀ ਉਹਨਾਂ ਦੀ ਜਿਹੜੀ ਗ੍ਰੇਟ ਗ੍ਰੈਂਡ ਮਦਰ ਮਿਸਿਸ ਫੀਲਡ ਉਹਨੂੰ ਥੋੜਾ ਜਿਹਾ ਜ਼ਿਆਦਾ ਪਿਆਰ ਕਰਦੀ ਹੈ। ਠੀਕ ਹੈ। ਤਾਂ ਜਦੋਂ ਕਹਿੰਦੇ ਉਹ ਵੱਡੇ ਹੋਏ, ਇੱਕ ਬੰਦੇ ਦੀ ਕੱਦ ਕਾਠੀ 'ਚ ਆਏ, ਤਾਂ ਜਿੰਨੇ ਉਹ ਸੋਹਣੇ ਸੀ ਉਨੇ ਹੀ ਉਹ ਬਰੇਵ ਵੀ ਹੋਏ। ਟੂ ਦ ਐਡਮਾਇਰੇਸ਼ਨ ਆਫ ਐਵਰੀਬਡੀ। ਐਡਮਾਇਰੇਸ਼ਨ ਮਤਲਬ ਕੀ ਹੁੰਦਾ? ਤਾਰੀਫ ਕਰਨਾ। ਤਾਂ ਸਾਰੇ ਉਹਨਾਂ ਦੀ ਬੜੀ ਤਾਰੀਫ ਕਰਦੇ ਸੀ। ਬਟ ਆਫ देयर ग्रेट ग्रैंड मदर फील्ड मोस्ट स्पेशली। ਕਹਿੰਦੇ ਜਿਹੜੇ ਸਾਰੇ ਤਾਰੀਫ ਕਰਦੇ ਸੀ, ਪਰ ਜਿਹੜੀ ਮਿਸਿਸ ਫੀਲਡ ਸੀ, ਗ੍ਰੇਟ ਗ੍ਰੈਂਡ ਮਦਰ ਸੀਗੀ, ਉਹ ਉਹਨਾਂ ਦੀ ਥੋੜੀ ਜ਼ਿਆਦਾ ਕਰਦੀ ਸੀ। ਤੁਹਾਨੂੰ ਪਤਾ ਹੀ ਹੈ ਸਟਾਰਟਿੰਗ 'ਚ ਆਪਾਂ ਨੇ ਪੜ੍ਹਿਆ ਕਿ ਉਹ ਉਹਨਾਂ ਨੂੰ ਥੋੜਾ ਜ਼ਿਆਦਾ ਪਿਆਰ ਕਰਦੇ ਸੀ, ਇਸ ਲਈ। ਕਲੀਅਰ। ਹੁਣ ਦੇਖੋ ਅੱਗੇ ਸੈਮੀਕੋਲਨ ਲੱਗਿਆ ਹੈ। ਮੈंने ਪਹਿਲੇ ਵਾਲੇ ਪਾਰਟ 'ਚ ਵੀ ਦੱਸਿਆ ਕਿ ਸੈਮੀਕੋਲਨ ਦਾ ਮਤਲਬ ਕੀ ਹੁੰਦਾ ਹੈ, ਵੀ ਸੈਮੀਕੋਲਨ ਤੋਂ ਬਾਅਦ ਵਾਲੀ ਲਾਈਨ ਸੈਮੀਕੋਲਨ ਤੋਂ ਪਹਿਲੇ ਵਾਲੀ ਲਾਈਨ ਤੇ ਇੰਟਰਡਿਪੈਂਡ ਹੁੰਦੀ ਹੈ। ਕਲੀਅਰ। ਐਂਡ ਹਾਊ ਹੀ ਯੂਜ਼ਡ ਟੂ carry me upon his back when I was lame footed boy। ਕਹਿੰਦੇ ਵੀ ਮੈਂ ਕਿਵੇਂ ਹਨਾ ਮੈਨੂੰ ਆਪਣੀ ਪਿੱਠ ਤੇ ਚੱਕ ਕੇ ਤੁਰਦੇ ਸੀ ਜਦੋਂ ਮੈਂ ਲੰਗੜਾ ਹੋ ਗਿਆ ਸੀ। ਠੀਕ ਹੈ। ਕੌਣ ਲੰਗੜਾ ਹੋ ਗਿਆ ਸੀ? ਚਾਰਲਸ ਲੈਮ। ਔਰ ਚੱਕ ਕੇ ਕੌਣ ਤੁਰਦਾ ਸੀ? ਜੌਨ ਲੈਮ। ਫਿਰ EM ਡੈਸ਼ ਹੈ। ਫਿਰ ਕਹਿੰਦੇ for he was a good bit older than me। ਕਹਿੰਦੇ ਕਿਉਂਕਿ ਉਹ ਮੈਨੂੰ ਕਿਵੇਂ ਚੱਕ ਲੈਂਦੇ ਸੀ? ਕਿਉਂਕਿ ਉਹ ਥੋੜੇ ਜਿਹੇ ਮੇਥੋਂ ਵੱਡੇ ਸੀਗੇ। ਜੌਨ ਲੈਮ ਚਾਰਲਸ ਲੈਮ ਤੋਂ ਵੱਡੇ ਸੀ। ਫਿਰ EM ਡੈਸ਼, ਬਹੁਤ ਵਧੀਆ EM ਡੈਸ਼ ਲਾਇਆ ਇਹਨਾਂ ਨੇ। many mile when I could not walk for pain। ਕਹਿੰਦੇ ਨਾ ਉਹ ਮੈਨੂੰ ਇੰਨੀ ਮੀਲਾਂ ਤੱਕ ਚੱਕ ਕੇ ਆਪਣੀ ਪਿੱਠ ਤੇ ਤੁਰਦੇ ਸੀ ਕਿਉਂਕਿ ਮੈਂ ਆਪਣੇ ਦਰਦ ਦੀ ਵਜ੍ਹਾ ਤੋਂ ਤੁਰ ਨਹੀਂ ਪਾਉਂਦਾ ਸੀ, ਪੈਰ 'ਚ ਦਰਦ ਦੀ ਵਜ੍ਹਾ ਤੋਂ ਤੁਰ ਨਹੀਂ ਪਾਉਂਦਾ ਸੀ। ਹੁਣ ਸੈਮੀਕੋਲਨ ਵੀ ਹੈ, EM ਡੈਸ਼ ਵੀ ਹੈ ਅੱਗੇ। ਐਂਡ ਹਾਊ ਇਨ ਆਫਟਰ ਲਾਈਫ ਹੀ ਬਿਕੇਮ ਲੇਮ ਫੂਟਡ ਟੂ। ਦੇਖੋ ਪਹਿਲਾਂ ਚਾਰਲਸ ਲੈਮ ਲੰਗੜੇ ਹੋਏ ਤਾਂ ਜੌਨ ਲੈਮ ਉਹਨਾਂ ਨੂੰ ਪਿੱਠ ਤੇ ਚੁੱਕ ਕੇ ਤੁਰਦੇ ਸੀ। ਠੀਕ, ਉਹਨਾਂ ਦਾ ਧਿਆਨ ਰੱਖਿਆ। ਹੁਣ ਬਾਅਦ ਚੋਂ, ਮਤਲਬ ਉਹਨਾਂ ਦੇ ਲੰਗੜੇ ਹੋਣ ਤੋਂ ਸਹੀ ਹੋਣ ਤੋਂ ਬਾਅਦ ਚੋਂ ਹੁਣ ਜੌਨ ਲੈਮ ਲੰਗੜੇ ਹੋਏ। ਠੀਕ ਹੈ। ਤਾਂ ਉਹੀ ਉਹ ਦੱਸ ਰਹੇ ਕਹਿੰਦੇ ਹੁਣ ਉਹ ਲੰਗੜੇ ਹੋਏ
And I did not always, I fear, make allowances enough for him when he was impatient and in pain. ਕਹਿੰਦੇ ਮੈਂ ਹਮੇਸ਼ਾ ਤੋਂ ਮੈਂ ਉਹਨਾਂ ਨਹੀਂ ਉਹਨਾਂ ਦੀ ਸੇਵਾ ਕਰ ਪਾਇਆ, ਉਹਨਾਂ ਨਹੀਂ ਉਹਨਾਂ ਦਾ ਧਿਆਨ ਰੱਖ ਪਾਇਆ। ਦੇਖੋ ਉਰੇ ਬ੍ਰੈਕਟ 'ਚ ਲਿਖਾ I fear ਦਾ ਮਤਲਬ ਇਹ ਨਹੀਂ ਵੀ ਮੈਨੂੰ ਡਰ ਲੱਗ ਰਿਹਾ ਜਾਂ ਮੈਂ ਡਰਦਾ ਸੀ, ਨਹੀਂ I fear ਦਾ ਮਤਲਬ ਹੈ ਮੈਨੂੰ ਲੱਗਦਾ ਮੈਂ ਉਹਨਾਂ ਨਹੀਂ ਉਹਨਾਂ ਦਾ ਕੀਤਾ। ਅਲਾउंसेस ਮਤਲਬ ਕਿ ਉਹਨਾਂ ਨੂੰ ਇੰਨੀ ਫੈਸਿਲਿਟੀ, ਉਹਨਾਂ ਦੀ ਇੰਨੀ ਹੈਲਪ ਨਹੀਂ ਕੀਤੀ ਮੈਂ ਜਿੰਨਾ ਕਿ ਉਹਨਾਂ ਨੇ ਮੈਨੂੰ ਕੀਤਾ ਸੀ ਜਦੋਂ ਮੈਂ ਲੰਗੜਾ ਸੀ। ਮਤਲਬ ਇਹ ਗੱਲ ਉਰੇ ਦੱਸੀ ਨਹੀਂ ਹੋਈ, ਮੈਂ ਦੱਸ ਰਹੀ ਹਾਂ, ਠੀਕ ਹੈ, ਵੀ ਮੈਂ ਉਹਨਾਂ ਦੀ ਉਨੀ ਹੈਲਪ ਨਹੀਂ ਕਰ ਪਾਇਆ, ਉਨੀ ਸਹਾਇਤਾ ਨਹੀਂ ਕਰ ਪਾਇਆ ਜਦੋਂ ਉਹ ਇੰਪੇਸ਼ੈਂਟ ਸੀ। ਇੰਪੇਸ਼ੈਂਟ ਮਤਲਬ ਆਪਣੀ ਕਾਮ ਸਟੇਟ 'ਚ, ਆਪਣੀ ਨੋਰਮਲ ਸਟੇਟ 'ਚ ਨਾ ਹੋਣਾ, ਠੀਕ ਹੈ, ਪਲੱਸ ਆਪਣੇ ਉਹ ਕਿਤੇ ਸੀ ਦਰਦ 'ਚ ਸੀ, ਇਨ ਪੇਨ 'ਚ ਸੀ। ਜਦੋਂ ਉਹ ਇਹ ਦੋ ਕੰਡੀਸ਼ਨਾਂ 'ਚ ਸੀਗੇ, ਲੰਗੜੇ ਹੋ ਗਏ ਸੀ, ਤਾਂ ਮੈਂ ਉਹਨਾਂ ਦੀ ਉਨੀ ਸਹਾਇਤਾ, ਉਨੀ ਫੈਸਿਲਿਟੀ ਉਹਨਾਂ ਨੂੰ ਨਹੀਂ ਦੇ ਪਾਇਆ। nor remember sufficiently how considerate he had been to me when I was lame-footed। ਮੈਨੂੰ ਚਾਸਰ ਯਾਦ ਤਾਂ ਨਹੀਂ, ਪਰ ਉਹਨਾਂ ਨੇ ਮੈਨੂੰ ਕਿੰਨੀ ਸਹਾਇਤਾ, ਕਿੰਨੀ ਸਹੂਲਤਾਂ ਦਿੱਤੀਆਂ ਸੀ ਜਦੋਂ ਮੈਂ ਲੰਗੜਾ ਹੋਇਆ ਸੀ, ਪਰ ਮੈਨੂੰ ਲੱਗਦਾ ਵੀ ਮੈਂ ਉਹਨਾਂ ਨੂੰ ਇੰਨਾ ਧਿਆਨ ਨਹੀਂ ਦੇ ਪਾਇਆ। ਹੁਣ ਅੱਗੇ ਪੜ੍ਹਦੇ ਹਾਂ। And how when he died, though he had not been dead an hour, it seemed as if he had died a great while ago। ਕਹਿੰਦੇ ਜਦੋਂ ਉਹਨਾਂ ਦੀ ਡੈਥ ਹੋਈ, ਜੌਨ ਲੈਂਪ ਦੀ ਡੈਥ ਹੋਈ, ਕਹਿੰਦੇ ਡੈਥ ਤਾਂ 1 ਘੰਟਾ ਪਹਿਲਾਂ ਹੀ ਹੋਈ ਸੀ, ਪਰ ਮੈਨੂੰ ਏਦਾਂ ਲੱਗ ਰਿਹਾ ਸੀ ਵੀ ਬਹੁਤ ਟਾਈਮ ਪਹਿਲਾਂ, ਬਹੁਤ ਚਿਰਾਂ ਪਹਿਲਾਂ ਹੀ ਉਹ ਮਰ ਚੁੱਕੇ ਸੀ। such a distance there is a betwixt life and death। ਇਹ ਲਾਈਨ 'ਚ ਇੱਕ ਵਰਡ ਆ betwixt। ਜਿਹੜਾ betwixt ਆ ਇਹ ਇੱਕ ਐਰਕੇਇਕ ਟਰਮ ਆ ਜਿਹਦਾ ਮਤਲਬ ਹੈ ਬਿਟਵੀਨ। ਕਹਿੰਦੇ ਵੀ ਇਹੀ ਉਹ ਦੂਰੀ ਹੈ, ਇਹੀ ਉਹ ਵਿੱਚ ਡਿਸਟੈਂਸ ਹੈ ਲਾਈਫ ਤੇ ਡੈਥ 'ਚ। ਕਿਹੜੀ? ਜਿਹੜੇ ਆਪਾਂ ਉੱਪਰ ਪੜ੍ਹੀ ਹੈ ਵੀ ਉਹਨਾਂ ਦੀ ਮੌਤ ਤਾਂ 1 ਘੰਟੇ ਪਹਿਲਾਂ ਹੀ ਹੋਈ ਸੀ, ਪਰ ਮੈਨੂੰ ਏਦਾਂ ਲੱਗ ਰਿਹਾ ਸੀ ਵੀ ਬੜੇ ਚਿਰਾਂ ਪਹਿਲਾਂ ਹੀ ਉਹ ਗੁਜ਼ਰ ਚੁੱਕੇ ਨੇ। and how I bore his death, as I thought pretty well at first, but afterward it haunted me। ਦੇਖੋ ਕੀ ਕਹਿੰਦੇ ਵੀ ਮੈਨੇ ਉਹਨਾਂ ਦੀ ਡੈਥ ਨੂੰ ਬਰਦਾਸ਼ਤ ਕੀਤਾ ਵੀ ਉਹ ਮਰ ਚੁੱਕੇ ਨੇ, ਹੁਣ ਮੇਰੇ ਕੋਲ ਨਹੀਂ ਹੈਗੇ ਉਹ, ਹੈ ਨਾ। ਕਿੱਦਾਂ ਮੈਨੇ ਬਰਦਾਸ਼ਤ ਕੀਤਾ? ਜਦੋਂ ਵੀ ਮੈਂ ਉਹਨਾਂ ਬਾਰੇ ਪਹਿਲਾਂ ਸੋਚਣਾ ਸ਼ੁਰੂ ਕਰਦਾ ਵੈਲ ਐਟ ਫਸਟ, ਤਾਂ ਵਧੀਆ ਸੋਚਦਾ ਵੀ ਅਸੀਂ ਇਹ ਕਰਦੇ ਹੁੰਦੇ ਸੀ, ਅਸੀਂ ਉਹ ਕਰਦੇ ਹੁੰਦੇ ਸੀ, ਪਰ ਬਟ ਆਫਟਰਵਰਡ ਬਾਅਦ 'ਚ ਮੇਰੇ ਮਾਈਂਡ 'ਚ ਉਹਨਾਂ ਦੀ ਡੈਥ ਆ ਜਾਂਦੀ, ਉਹਨਾਂ ਦੀ ਉਹੀ ਆ ਜਾਂਦਾ ਸਭ ਕੁਝ ਵਾਪਿਸ ਮਾਈਂਡ 'ਚ। ਤਾਂ ਜਿਹੜਾ ਮੈਨੂੰ ਡਰਾਉਂਦਾ ਸੀ, ਮੈਨੂੰ ਬਾਰ-ਬਾਰ ਜਿਹੜਾ ਮੇਰੇ ਮਾਈਂਡ 'ਚ ਆਉਂਦਾ, ਉਹ ਮੈਨੂੰ ਇੱਕ ਤਰ੍ਹਾਂ ਦਾ ਅਨਕੰਫਰਟੇਬਲ ਕਰ ਦਿੰਦਾ ਸੀ, ਚੰਗਾ ਭਲਾ ਬੈਠੇ 'ਚ। haunted me, ਠੀਕ ਹੈ। and though I did not cry or take it to heart as some do, ਕਹਿੰਦੇ ਪਰ ਫਿਰ ਵੀ ਮੈਂ ਰੋਇਆ ਨਹੀਂ ਇੰਨਾ, ਔਰ ਨਾ ਹੀ ਮੈंने ਇਹ ਗੱਲ ਦਿਲ ਤੇ ਲਿੱਤੀ। ਕੌਣ ਕਹਿ ਰਹੇ ਨੇ? ਚਾਰਲਸ ਲੈਂਪ ਕਹਿ ਰਹੇ ਨੇ ਵੀ ਜੌਨ ਲੈਂਪ ਦੀ ਡੈਥ ਹੋ ਗਈ ਸੀ, ਮੈਂ ਰੋਇਆ ਨਹੀਂ ਇੰਨਾ, ਨਾ ਹੀ ਮੈंने ਇਹ ਗੱਲ ਆਪਣੇ ਦਿਲ ਤੇ ਲਿੱਤੀ, ਜਿੱਦਾਂ ਕਿ ਬਹੁਤ ਸਾਰੇ ਕਰਦੇ ਨੇ, ਬਹੁਤ ਰੋਂਦੇ ਨੇ, ਬਹੁਤ ਆਪਣੇ ਦਿਲ ਤੇ ਲਾ ਲੈਂਦੇ ਨੇ ਗੱਲਾਂ, ਪਰ ਮੈਂ ਉਦਾਂ ਨਹੀਂ ਕੀਤਾ। and as I think he would have done if I had died, ਕਹਿੰਦੇ ਪਰ ਮੈਨੂੰ ਲੱਗਦਾ, ਚਾਰਲਸ ਲੈਂਪ ਕਹਿੰਦੇ ਪਰ ਮੈਨੂੰ ਲੱਗਦਾ ਜੇ ਮੈਂ ਮਰਦਾ ਤਾਂ ਜੌਨ ਲੈਂਪ ਨੇ ਜ਼ਰੂਰ ਕਰਨਾ ਸੀ, ਵੀ ਉਹਨਾਂ ਨੇ ਬਹੁਤ ਰੋਣਾ ਸੀ, ਬਹੁਤ ਦਿਲ ਤੇ ਲਾ ਲੈਣੀ ਸੀ। yet I missed him all day long। ਹਾਂ, ਮੈंने ਉਹਨਾਂ ਨੂੰ ਪੂਰਾ ਦਿਨ ਮਿਸ ਕੀਤਾ। and knew not till then how much I had loved him। ਔਰ ਉਦੋਂ ਤੱਕ ਕੀਤਾ ਜਦ ਤੱਕ ਮੈਨੂੰ ਇਹ ਨਹੀਂ ਪਤਾ ਲੱਗਿਆ ਮੈਂ ਉਹਨਾਂ ਨੂੰ ਕਿੰਨਾ ਪਿਆਰ ਕਰਦਾ। ਵੀ ਹੁਣ ਉਹ ਨਹੀਂ ਹੈਗੇ ਨਾ, ਕਹਿੰਦੇ ਨਹੀਂ ਹੁੰਦੇ ਵੀ ਚੀਜ਼ ਨਾ ਹੋਣ ਤੋਂ ਹੀ ਪਤਾ ਲੱਗਦੀ ਉਹਦੀ ਕੀਮਤ, ਉਹਦੀ ਵੈਲਿਊ, ਤਾਂ ਉਹੀ ਕਹਿੰਦੇ ਹੁਣ ਉਹ ਨਹੀਂ ਹੈਗੇ ਨਾ, ਤਾਂ ਹੁਣ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਮੈਂ ਉਹਨੂੰ ਕਿੰਨਾ ਪਿਆਰ ਕਰਦਾ ਸੀ। I missed his kindness and I missed his crossness and wished him to be alive again, to be quarreling with him, for we quarreled sometimes। ਕਹਿੰਦੇ ਮੈਂ ਉਹਨਾਂ ਦੀ ਕਾਈਂਡਨੈਸ, ਉਹਨਾਂ ਦੀ ਨੇਕੀ ਯਾਦ ਕਰ ਰਿਹਾ, ਮੈਨੂੰ ਉਹਨਾਂ ਦੀ ਨੇਕੀ ਯਾਦ ਆ ਰਹੀ ਹੈ, ਠੀਕ ਹੈ, ਮਿਸ ਕਰ ਰਿਹਾ ਵਾਂ ਮੈਂ। ਕ੍ਰੋਸਨੈਸ, ਉਹਨਾਂ ਦਾ ਗੁੱਸਾ ਮਿਸ ਕਰ ਰਿਹਾ ਮੈਂ, ਤੇ ਚਾਹਨਾ ਵਾਂ, ਵਿਸ਼ਡ, ਕਾਸ਼ ਉਹ ਵਾਪਿਸ ਜ਼ਿੰਦਾ ਹੋ ਜਾਣ, ਅਲਾਈਵ, ਵਾਪਿਸ ਜ਼ਿੰਦਾ ਹੋ ਜਾਣ, ਟੂ ਬੀ ਕੁਆਲਿੰਗ ਵਿਦ ਹਿਮ, ਸਿਰਫ ਲੜਨ ਲਈ ਹੀ ਚਾਹੇ, ਮਤਲਬ ਲੜਨ ਦੇ ਬਹਾਨੇ ਹੀ ਉਹ ਜ਼ਿੰਦਾ ਹੋ ਜਾਣ, ਪਰ ਮੇਰੇ ਕੋਲ ਆ ਜਾਣ। ਫੋਰ ਵੀ ਕੁਆਲ ਸਮਟਾਈਮਸ, ਇਹ ਬ੍ਰੈਕਟ 'ਚ ਲਿਖਿਆ ਹੈ ਨਾ, ਇਹ ਪਾਸਟ ਦਾ ਦੱਸ ਰਹੇ ਨੇ ਵੀ ਅਸੀਂ ਕਈ ਵਾਰ ਝਗੜੇ ਵੀ ਸੀ ਪਹਿਲਾਂ, ਤੇ ਚਾਹੇ ਉਹ ਝਗੜੇ ਕਰਨ ਲਈ ਮੇਰੇ ਕੋਲ ਆ ਜਾਣ, ਵਾਪਿਸ ਜ਼ਿੰਦਾ ਹੋ ਜਾਣ, ਬਸ ਹੋ ਜਾਣ ਉਹ, rather than not have him again। ਵੀ ਇਹ ਤਾਂ ਐਦਾਂ ਹੋਵੇ ਕਿ ਉਹ ਮੇਰੇ ਕੋਲ ਹੋਣ ਹੀ ਨਾ। ਹੁਣ ਦੇਖੋ ਇਹ ਲਾਈਨ ਥੋੜੀ ਸਮਝ ਨਹੀਂ ਆਈ ਨਾ। ਦੇਖੋ ਇਹਦੇ ਵਿੱਚ ਕੀ ਹੈ, ਤੁਸੀਂ ਪਹਿਲਾਂ ਵਾਲੀ ਲਾਈਨ ਪਹਿਲਾਂ ਪੜ੍ਹੋ, ਵੀ ਲਿਖਿਆ ਹੋਇਆ ਨਾ ਇਹ rather than not have him again, ਵੀ ਇਹ ਹੋਵੇ ਕਿ ਮੇਰੇ ਕੋਲ ਉਹ ਜੌਨ ਲੈਂਪ ਹੈ ਹੀ ਨਹੀਂਗੇ, ਮੇਰਾ ਭਰਾ ਹੈ ਹੀ ਨਹੀਂ, ਇਹ ਤੋਂ ਵਧੀਆ ਵਾ ਕਿ ਉਹ ਮੇਰੇ ਨਾਲ ਲੜਨ ਲਈ ਹੀ ਜ਼ਿੰਦਾ ਹੋ ਜਾਵੇ। ਉਰੇ ਦੇਖੋ ਉਹਨਾਂ ਨੂੰ, ਆਪਣੇ ਭਰਾ ਨੂੰ ਮਿਸ ਕਰਨ ਦਾ ਲੈਵਲ ਦੇਖੋ, ਵੀ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਨੇ, ਵੀ ਉਹ ਅਗਰ ਮੇਰੇ ਲਈ ਲੜਨ ਲਈ ਜ਼ਿੰਦਾ ਹੋ ਰਿਹਾ ਵਾ ਤਾਂ ਲੜਨ ਲਈ ਹੀ ਹੋ ਜਾਵੇ, ਬਸ ਹੋ ਜਾਵੇ ਕਿਸੇ ਤਰ੍ਹਾਂ।
ਐਂਡ ਵਾਜ਼ ਅਨਈਜ਼ੀ ਵਿਦਾਊਟ ਹਿਮ। ਹੁਣ ਉਹ ਦੱਸ ਰਹੇ ਨੇ ਵੀ ਮੈਂ ਕਿੰਨਾ ਬੇਚੈਨ ਆ ਉਹਦੇ ਬਿਨਾ, ਆਪਣੇ ਭਰਾ ਦੇ ਬਿਨਾ, ਠੀਕ ਹੈ। ਐਜ਼ ਹੀ देयर पुअर अंकल मस्ट हैव बीन व्हेन द डॉक्टर टुक ऑफ हिज लिम्ब। ਕਹਿੰਦੇ ਵੀ ਹੁਣ ਜਿੰਨਾ ਮੈਂ ਹੁਣ ਬੇਚੈਨ ਆ ਉਹਨਾਂ ਦੀ ਡੈਥ ਤੇ, ਮਤਲਬ ਚਾਰਲਸ ਲੈਂਬ ਦੱਸ ਰਹੇ ਨੇ ਵੀ ਜਿੰਨਾ ਮੈਂ ਬੇਚੈਨ ਆ ਆਪਣੇ ਭਰਾ ਯਾਨੀ ਜੌਨ ਲੈਂਬ ਦੀ ਡੈਥ ਤੇ, ਉਹਨਾਂ ਹੀ ਉਹਨਾਂ ਦੇ ਅੰਕਲ, ਬੱਚਿਆਂ ਦੇ ਅੰਕਲ ਯਾਨੀ ਕਿ ਜੌਨ ਲੈਂਬ, ਉਹ ਵੀ ਬੇਚੈਨ ਸੀ ਜਦੋਂ ਡਾਕਟਰ ਨੇ ਉਹਨਾਂ ਦੀ ਲੱਤ ਅਲੱਗ ਕਰਤੀ ਸੀ ਉਹਨਾਂ ਦੇ ਸਰੀਰ ਤੋਂ, ਠੀਕ ਹੈ। ਹੁਣ ਦੇਖੋ ਉਰੇ ਕੀ ਦਿਖਾ ਰਹੇ ਨੇਗੇ, ਉਰੇ ਵੀ ਇੱਕ ਐਮਫਸਾਈਜ਼ ਕਰ ਰਹੇ ਨੇਗੇ, ਕੀ ਕਰ ਰਹੇ ਨੇ ਵੀ ਜਿੰਨਾ ਦਰਦ ਇੱਕ ਬੰਦੇ ਨੂੰ ਆਪਣੇ ਸਰੀਰ ਤੋਂ ਇੱਕ ਅੰਗ ਨੂੰ ਅਲੱਗ ਹੋਣ ਤੇ ਹੁੰਦਾ ਵਾ, ਉਨਾ ਹੀ ਦਰਦ ਚਾਰਲਸ ਲੈਂਬ ਨੂੰ ਹੋ ਰਿਹਾ ਵਾ ਆਪਣੇ ਭਰਾ ਨੂੰ ਆਪਣੇ ਤੋਂ ਅਲੱਗ ਹੋਣ ਤੇ, ਠੀਕ ਹੈ। ਹਾਂ, here the children fell a crying and asked if their little mourning which they had on was not for Uncle John। ਹੁਣ ਦੇਖੋ ਜਦੋਂ ਇਹ ਇੰਨਾ ਸਭ ਦੱਸ ਰਹੇ ਸੀ ਵੀ ਬੱਚੇ ਇੰਨਾ ਸਭ ਉਹਨਾਂ ਦੀ ਲੱਤ ਵੱਢੀ ਗਈ, ਸਾਰਾ ਕੁਛ, ਠੀਕ ਹੈ। ਤੇ ਇਹ ਸੁਣਦੇ ਬੱਚੇ ਰੋਣ ਲੱਗ ਗਏ ਜਿਹੜੇ ਉੱਥੇ ਦੋ ਬੈਠੇ ਸੀ, ਐਲਿਸ ਔਰ ਜੌਨ। ਤਾਂ ਫਿਰ ਜਿਹੜੇ ਚਾਰਲਸ ਲੈਂਬ ਨੇ ਜਿਹੜੇ ਸੁਣਾ ਰਹੇ ਸੀਗੇ ਕਹਾਣੀ ਇਹ, ਤਾਂ ਉਹ ਕਹਿੰਦੇ ਵੀ ਜਿਹੜਾ ਤੁਸੀਂ ਇਹ ਦੁਖੀ ਹੋ, ਕੀ ਇਹ ਤੁਹਾਡੇ ਚਾਚਾ ਜੌਨ ਲਈ ਨਹੀਂ ਹੈਗਾ, ਠੀਕ ਹੈ। ਤਾਂ ਫਿਰ ਬੱਚੇ ਕੀ ਕਰਦੇ ਨੇ, ਐਂਡ ਦੇ ਲੁਕਡ ਅਪ ਐਂਡ ਪ੍ਰੇਡ ਮੀ ਨੋਟ ਟੂ ਗੋ ਔਨ ਅਬਾਊਟ देयर ਅੰਕਲ। ਉਹਨਾਂ ਨੇ ਉੱਪਰ ਮੇਰੇ ਵੱਲ ਵੇਖਿਆ ਤੇ ਉਹਨਾਂ ਨੇ ਇੱਕ ਤਰ੍ਹਾਂ ਦੀ ਪ੍ਰਾਰਥਨਾ ਕੀਤੀ, ਰਿਕੁਐਸਟ ਕੀਤੀ ਵੀ ਹੁਣ ਸਾਨੂੰ ਜੌਨ ਅੰਕਲ ਬਾਰੇ, ਉਹਨਾਂ ਦੇ ਚਾਚਾ ਬਾਰੇ ਹੋਰ ਨਾ ਦੱਸੋ, ਬਟ ਟੂ ਟੈਲ them some stories about their pretty dead mother। ਈਵਨ ਕਿ ਸਾਨੂੰ ਕੀ ਦੱਸੋ, ਸਾਨੂੰ ਚਾਚਾ ਜੀ ਬਾਰੇ ਨਾ ਦੱਸੋ, ਸਾਨੂੰ ਸਾਡੀ ਮਰੀ ਹੋਈ ਮਾਂ ਜਿਹੜੀ ਇੰਨੀ ਸੋਹਣੀ ਸੀ ਉਹਦੇ ਬਾਰੇ ਕੁਝ ਕਹਾਣੀਆਂ ਸੁਣਾਓ। ਦੇਖੋ ਉਰੇ ਚਾਰਲਸ ਲੈਂਬ ਨੇ ਆਪਣੀ ਬਿਲਵਡ ਯਾਨੀ ਐਨਾ ਸਿਮਨ ਨੂੰ ਮਰਿਆ ਘੋਸ਼ਿਤ ਕਰਤਾ ਵੀ ਮੇਰੀ ਫੈਮਿਲੀ ਸੀ, ਮੇਰਾ ਵਿਆਹ ਹੋਇਆ ਸੀ ਐਨਾ ਸਿਮਨ ਨਾਲ, ਸਾਡੇ ਦੋ ਜਵਾਕ ਨੇ, ਪਰ ਉਹ ਮਰੀ ਹੋਈ ਘੋਸ਼ਿਤ ਕਰਤੀ ਉਰੇ। ਇੱਕ ਤਰ੍ਹਾਂ ਦੀ ਜੈਲਸੀ ਨਹੀਂ ਦਿਖ ਰਹੀ। And then I told them how for 7 long years, in hope sometimes in despair, yet persisting ever, I quoted the fair Alice, W then dash then N। ਦੇਖੋ ਹੁਣ ਉਹਨਾਂ ਨੇ ਕਿਹਾ ਸੀ ਵੀ ਇਹ ਸਾਡੀ ਮਰੀ ਹੋਈ ਮਾਂ ਬਾਰੇ ਸੁਣਾਓ, ਤਾਂ ਹੁਣ ਉਹਨਾਂ ਬਾਰੇ ਸੁਣਾ ਰਹੇ ਨੇ ਚਾਰਲਸ ਲੈਂਬ। ਕੀ ਕਹਿੰਦੇ ਨੇ, ਕਹਿੰਦੇ ਵੀ ਫਿਰ ਮੈਨੇ ਬੱਚਿਆਂ ਨੂੰ ਦੱਸਿਆ, then I told, ਮੈਨੇ ਉਹਨਾਂ ਨੂੰ ਦੱਸਿਆ ਕਿੱਦਾਂ ਮੈਨੇ ਇੰਨੇ 7 ਸਾਲ, ਹੁਣ ਇਹ ਲੌਂਗ ਈਅਰਸ ਲਿਖਿਆ। ਲੌਂਗ ਈਅਰਸ ਦਾ ਮਤਲਬ ਇਹ ਨਹੀਂ ਵੀ ਇੱਕ ਸਾਲ 'ਚ 365 ਦਿਨ ਤੋਂ 465 ਦਿਨ ਹੋ ਜਾਣ, ਨਹੀਂ। ਲੌਂਗ ਈਅਰਸ ਜਦੋਂ ਆਪਾਂ ਕਿਸੇ ਚੀਜ਼ ਦਾ ਇੰਤਜ਼ਾਰ ਕਰਦੇ ਹਾਂ, ਕਿਸੇ ਚੀਜ਼ ਦਾ ਵੇਟ ਕਰਦੇ ਹਾਂ, ਤਾਂ ਉਹ ਆਪਾਂ ਨੂੰ ਇੱਕ ਦਿਨ ਵੀ 1 ਮਹੀਨਾ ਲੱਗਦਾ ਹੁੰਦਾ। ਤਾਂ ਉਹੀ ਉਹ ਦੱਸ ਰਹੇ ਨੇ, ਕਹਿੰਦੇ ਇਹ ਜਿਹੜੇ 7 ਸਾਲ ਨੇ ਮੈਨੇ ਕਦੇ ਆਸ਼ਾ 'ਚ ਕੱਟੇ, ਕਦੇ ਨਿਰਾਸ਼ਾ 'ਚ ਕੱਟੇ ਵੀ ਪਤਾ ਨਹੀਂ ਉਹ ਮੇਰੀ ਹੋਊਗੀ ਕਿ ਨਹੀਂ ਹੋਊਗੀ, ਲੱਗਦਾ ਹੋਊਗੀ, ਲੱਗਦਾ ਨਹੀਂ ਹੋਊਗੀ, ਪਰ ਇਹ ਸਭ ਹੁੰਦੇ ਹੋਏ ਵੀ persisting ever मैंने ਉਹਨੂੰ ਪਿਆਰ ਕਰਨਾ ਕੰਟੀਨਿਊ ਰੱਖਿਆ, ਕਾਇਮ ਰੱਖਿਆ। I quoted ਉਰੇ ਕੀ ਹੈ, ਪਿਆਰ ਕਰਨਾ, the fair Alice। ਹੁਣ ਉਰੇ ਉਹਨਾਂ ਨੇ ਆਪਣੀ ਆਪਣੀ ਵਾਈਫ ਹੀ ਕਹਿ ਲਓ, ਉਹਦਾ ਨਾਮ ਵੀ ਉਰੇ ਕੀ ਰੱਖਿਆ ਹੋਇਆ ਉਹਨੇ, ਐਲਿਸ then W then ਆਹ ਦੇਖੋ ਹੁਣ ਪਹਿਲਾਂ ਵੀ ਮੈंने ਇਹ ਚੀਜ਼ ਦੱਸੀ ਸੀਗੀ ਵੀ ਜਦੋਂ W ਪਾ ਕੇ ਡੈਸ਼ ਪਾ ਕੇ N ਆਉਂਦੀ ਹੈ ਤਾਂ ਇਹ ਐਸੇਇਸਟ ਜਾਂ ਰਾਈਟਰ ਕਿਉਂ ਲਗਾਉਂਦਾ ਵਾ, ਐਸੀਇਸਟ इसलिए लगांदा सीक्रेसी मेंटेन करने ਲਈ ਵੀ मैंने रियल नाम कोई रिवील नहीं ਕੀਤਾ ਹੈਗਾ। ਹਾਂ ਹਾਲਾਂਕਿ ਜਿਹਦੇ ਨਾਮ ਦੱਸ ਰਹੇ ਨੇ ਉਰੇ ਐਲਿਸ, ਉਹਦਾ ਤਾਂ ਰੀਅਲ 'ਚ ਐਨਾ ਸਿਮਨ ਆ, ਪਰ ਫਿਰ ਵੀ ਉਹਨਾਂ ਨੇ ਇੱਕ ਤਰ੍ਹਾਂ ਦੀ ਸੀਕ੍ਰੇਸੀ ਮੇਨਟੇਨ ਕੀਤੀ ਤਾਂ ਕਿ ਉਹਨੂੰ ਅੱਗੇ ਜਾ ਕੇ ਪ੍ਰੋਬਲਮ ਨਾ ਹੋਵੇ। ਹੁਣ ਜੇਕਰ ਉਹਦਾ ਐਨਾ ਸਿਮਨ ਉਹਨੇ ਨਾਮ ਰੱਖਤਾ ਤਾਂ ਉਹਦਾ ਜਿਹੜਾ ਇਸ ਟਾਈਮ 'ਚ ਰੀਅਲ ਹਸਬੈਂਡ ਹੋਏਗਾ ਤਾਂ ਉਹਨੂੰ ਤਾਂ ਪ੍ਰੋਬਲਮ ਹੋ ਜਾਏਗੀ ਵੀ ਇਸ ਟਾਈਮ ਤੇਰੀ ਲਵ ਸਟੋਰੀ ਸੀ ਫਲਾਣਾ ਢਿਮਕਾਣਾ, ਠੀਕ ਹੈ ਨਾ। ਇसीलिए रीजन हो सकते हैं कई भी सीक्रेसी मेंटेन रखना जरूरी है, इसलिए उन्होंने आ देखो जी डैश पा के एन लिखे है, यही कारण है। क्लियर। तो कहते कई बार मैंने आशा च कई बार निराशा च कट्टे ये 7 साल है ना, पर उन्होंने मैंने प्यार करना हमेशा किया ये 7 सालों च। एंड एज मच एज चिल्ड्रन कुड अंडरस्टैंड, जिन्ना का बच्चे समझ सकते सी, हुण देखो समझाणगे की बहुत वधिया चीज़ समझाणगे, कहते जिन्ना का बच्चे समझ सकते सी मैंने उन्होंने समझाया, की समझाया देखो, आई एक्सप्लेन टू दैम व्हाट कोइनस एंड डिफिकल्टी एंड डेनियल मींट इन अ मेडन्स। देखो कहते भी जदों एक कुड़ी एक यंग गर्ल है ना हुंदी है तो ओदी कोइनस ओदा शर्माना, ओदी डिफिकल्टीज, डेनियल यानी ओदा इनकार करना, ओदा की मतलब हुंदा। हुण उरे ਉਹ ਮੁੰਡੇ ਸਮਝ ਪਾਣਗੇ ਜਿਨ੍ਹਾਂ ਦੀ ਆਲਰੇਡੀ ਗਰਲਫ੍ਰੈਂਡਸ ਹੈਗੀਆਂ ਨੇਗੀਆਂ, ਉਹਨਾਂ ਨੂੰ ਪਤਾ ਹੋਏਗਾ ਕਿ ਜਦੋਂ ਉਹਨਾਂ ਦਾ ਨਾ ਕਰਨਾ ਵੀ ਹਾਂ ਹੀ ਹੁੰਦਾ, ਉਹਨਾਂ ਦਾ ਹਾਂ ਕਰਨਾ ਵੀ ਨਾ ਹੀ ਹੁੰਦਾ, ਮਤਲਬ ਹਾਂ ਚ ਨਾ ਤਾਂ ਉਹ ਕੀ ਹੈ, ਇਹ ਚੀਜ਼ਾਂ ਕਿਹਦੀਆਂ ਨੇ, ਇੱਕ ਯੰਗ ਗਰਲ ਦੀਆਂ ਨੇਗੀਆਂ, ठीक है। तो ਉਹੀ ਕਹਿੰਦੇ ਵੀ मैंने अपने ਬੱਚਿਆਂ ਜਿੰਨਾ ਕੁ ਬੱਚੇ ਸਮਝ ਸਕਦੇ ਸੀ मैंने ਉਹਨਾਂ ਨੂੰ ਉਨਾ ਕਾ ਸਮਝਾਇਆ ਵੀ ਇੱਕ ਯੰਗ ਗਰਲ ਦਾ ਸ਼ਰਮਾਨਾ, ਡਿਫਿਕਲਟੀਜ਼, ਉਹਨਾਂ ਦੀ ਇਨਕਾਰ ਕਰਨਾ
ਦਾ ਕੀ ਮਤਲਬ ਹੁੰਦਾ ਹੈ। When suddenly turning to Alice, the soul of the first Alice looked out of at her eyes with such a reality of representment। ਕਹਿੰਦੇ ਜਦੋਂ ਇਹ ਚਾਰਲਸ ਲੈਮ ਦੱਸ ਰਹੇ ਸੀਗੇ ਇਹ ਆਪਣੀ ਐਨਾ ਸਿਮਨ ਬਾਰੇ ਯਾਨੀ ਕਿ ਐਲਿਸ ਬਾਰੇ, ਆਪਣੀ ਵਾਈਫ ਬਾਰੇ, ਉਹਨਾਂ ਦੀ ਮਰੀ ਹੋਈ ਮਾਂ ਬਾਰੇ, ਤਾਂ ਉਹਨਾਂ ਨੇ ਜਦੋਂ ਐਵੇਂ ਕਰਕੇ ਉਹਨਾਂ ਨੇ ਅੱਖਾਂ ਖੋਲੀਆਂ ਤੇ ਐਲਿਸ ਵੱਲ ਦੇਖਿਆ ਜਿਹੜੀ ਉੱਥੇ ਛੋਟੀ ਜਵਾਕ ਬੈਠੀ ਸੀ, ਤਾਂ ਉਹਨਾਂ ਨੂੰ ਐਦਾਂ ਲੱਗਿਆ ਵੀ ਇਹ ਉਹਦੀ ਜਿਹੜੀ ਐਲਿਸ ਬੱਚੀ ਬੈਠੀ ਸੀਗੀ ਉਹਦੇ ਵਿੱਚ ਪਹਿਲੀ ਐਲਿਸ ਦੀ ਆਤਮਾ ਯਾਨੀ ਕਿ ਉਹਨਾਂ ਦੀ ਮਾਂ ਦੀ ਆਤਮਾ ਉਹ 'ਚ ਦਿਖੀ, ਉਹਦੀ ਅੱਖਾਂ 'ਚ ਉਹ ਦਿਖੀ, ਉਹ ਰਿਐਲਿਟੀ ਦੇਖੀ, ਉਹ ਪਹਿਲੀ ਐਲਿਸ ਨੂੰ ਦੇਖਿਆ ਉਹਨਾਂ ਨੇ। ਉਹ ਬੱਚੀ ਜਿਹੜੀ ਐਲਿਸ ਬੈਠੀ ਆ ਉਹਦੇ ਵਿੱਚ ਉਹਨਾਂ ਨੇ ਪਹਿਲੀ ਐਲਿਸ ਯਾਨੀ ਉਹ ਬੱਚਿਆਂ ਦੀ ਮਾਂ ਦੇਖੀ। ਕਿਹਨੇ? ਚਾਰਲਸ ਲੈਮ ਨੇ। That I became in doubt which of them stood there before me। ਤਾਂ ਫਿਰ ਮੈਂ ਥੋੜੀ ਸ਼ੰਕਾ 'ਚ ਪੈ ਗਿਆ ਵੀ ਇਹ ਜਿਹੜੀ ਮੇਰੇ ਸਾਹਮਣੇ ਬੈਠੀ ਹੈ ਇਹ ਬੱਚੀ ਐਲਿਸ ਆ ਕਿ ਉਹਨਾਂ ਦੀ ਜਿਹੜੀ ਮਾਂ ਸੀ ਉਹ ਐਲਿਸ ਆ। ਔਰ who's that bright hair was। ਕਹਿੰਦੇ ਤੇ ਜਿਹੜੇ ਚਮਕਦੇ ਹੋਏ ਬਾਲ ਨੇ ਕਿਹਦੇ ਨੇਗੇ? ਬੱਚੀ ਦੇ ਨੇ ਕਿ ਉਹਨਾਂ ਦੀ ਮਾਂ ਦੇ ਨੇ। And while I stood gazing, ਤੇ ਫਿਰ ਮੈਂ ਉਹਨਾਂ ਨੂੰ ਥੋੜਾ ਜਿਹਾ ਇੱਕ ਟੱਕ ਦੇਖਿਆ, ਉਹ ਬੱਚੀ ਨੂੰ ਜਿਹੜੇ ਉੱਥੇ ਬੈਠੇ ਸੀਗੇ, ਬੱਚੀ ਕੀ ਦੋਨਾਂ ਨੂੰ ਦੇਖਿਆ ਮੈंने ਇੱਕ ਟੱਕ ਘੂਰਦੇ ਹੋਏ। gazing ਮਤਲਬ ਘੂਰਨਾ। Both the children gradually grew fainter to my way। ਤੇ ਜਿਹੜੇ ਦੋਨੋਂ ਬੱਚੇ ਬੈਠੇ ਸੀ ਉਹ ਮੇਰੇ ਨਜ਼ਰਾਂ ਤੋਂ ਥੋੜਾ ਜਿਹਾ ਦੂਰ ਦੂਰ ਧੁੰਦਲੇ ਹੁੰਦੇ ਗਏ। fainter ਧੁੰਦਲੇ ਹੁੰਦੇ ਗਏ। to my view ਮੇਰੀ ਨਜ਼ਰਾਂ ਤੋਂ, ਠੀਕ ਹੈ। receding and still receding। receding ਮਤਲਬ ਹੁੰਦਾ ਘਟਣਾ। ਤਾਂ ਮੈਨੂੰ ਜਿਹੜਾ ਦਿਖ ਰਿਹਾ ਸੀਗਾ ਉਹ ਦੋਨੋਂ ਬੱਚੇ ਦਿਖ ਰਹੇ ਸੀ ਉਹ ਘਟਦਾ ਗਿਆ ਮਤਲਬ ਉਹ ਦੂਰ ਦੂਰ ਹੁੰਦੇ ਗਏ ਮੈਥੋਂ। till nothing ਕਿੰਨੀ ਦੂਰ ਤੱਕ ਹੋਏ? ਜਦੋਂ ਤੱਕ ਮੈਨੂੰ ਕੁਝ ਵੀ ਨਾ ਦਿਖਣ। At last, but two mournful features were seen in the outermost distance। ਕਹਿੰਦੇ ਪਰ in end ਮਤਲਬ in end 'ਚ ਕੀ ਆ ਜਿਹੜੇ ਉਹ ਦੋ mournful features, mournful ਥੋੜੇ ਜਿਹੇ ਦੁਖਦਾਈ, ਜਿਹੜੇ ਉਹ ਦੁਖੀ ਦਿਖਣ ਵਾਲੇ features, ਪਰਛਾਈ ਦੇਖੋ ਇੰਨੀ ਦੂਰ ਹੋ ਗਈ ਵੀ ਇੱਕ ਪਰਛਾਈ ਜੇ ਵਾਂਗੂ ਰਹਿ ਗਏ ਉਹ, ਹਨਾ ਵੀ ਜਿੰਨੀ ਉਹ ਦੂਰ ਹੋ ਸਕਦੇ ਸੀ ਉਨੀ ਦੂਰ ਤੇ ਖੜੇ ਹੋਏ ਨੇਗੇ ਔਰ ਮੈਨੂੰ ਦਿਖ ਰਹੇ ਨੇਗੇ ਉਹ ਦੋ ਥੋੜੇ ਜਿਹੇ ਦੁਖੀ ਦਿਖ ਰਹੇ ਪਰਛਾਈਆਂ, ਠੀਕ ਹੈ। ਐਂਡ which ਜਿਹੜੇ ਕਿ without speech strangely impressed upon me the effects of speech। ਜਿਹੜੇ ਕਿ ਮੈਨੂੰ ਬਿਨਾਂ ਕੁਝ ਕਹੇ ਮਤਲਬ without speech ਬਿਨਾਂ ਕੁਝ ਕਹੇ ਮੈਨੂੰ ਕੁਝ ਕਹਿ ਗਏ। strangely impressed upon me effects of speech। ਉਹਨਾਂ ਦੀ ਜਿਹੜਾ ਉਹਨਾਂ ਨੇ ਕੁਝ ਕਿਹਾ ਮੈਨੂੰ ਅੱਖਾਂ 'ਚ ਹੀ ਉਹਦਾ ਮੇਰੇ ਤੇ ਇਫੈਕਟ ਪਿਆ, ਮਤਲਬ ਉਹਨਾਂ ਨੇ ਕੁਝ ਅੱਖਾਂ 'ਚ ਹੀ ਕਿਹਾ। ਔਰ ਕੀ ਕਿਹਾ? we are not of Alice nor of thee nor we are children at all। ਕਹਿੰਦੇ ਅਸੀਂ ਐਲਿਸ ਦੇ ਬੱਚੇ ਨਹੀਂ ਹੈਗੇ ਯਾਨੀ ਕਿ ਜਿਹੜੀ ਉਹ ਐਨਾ ਸਿਮਨ ਆ ਅਸੀਂ ਉਹਦੇ ਬੱਚੇ ਨਹੀਂ ਹੈਗੇ। nor of thee ਨਾ ਹੀ ਤੇਰੇ ਆ। ਔਰ ਜਿਹੜਾ ਦੀ ਲਿਖਿਆ ਹੋਇਆ ਇਹ ਵੀ ਇੱਕ ਐਰਕੇਇਕ ਟਰਮ ਆ, ਇਹਦਾ ਮਤਲਬ ਹੁੰਦਾ you, d is equal to you, ਇਹਦਾ ਇਹ ਮਤਲਬ ਹੁੰਦਾ। ਤਾਂ ਉਹੀ ਕਹਿ ਰਹੇ ਨਾ, ਠੀਕ ਹੈ। the children of the Alice called Bartram father। ਕਹਿੰਦੇ ਜਿਹੜੇ ਐਲਿਸ ਦੇ ਜਵਾਕ ਨੇ ਉਹ ਬਾਰਟਰਮ ਨੂੰ ਫਾਦਰ ਕਹਿਣਗੇ। ਆਪਾਂ ਬਾਇਓਗ੍ਰਾਫੀ 'ਚ ਪੜ੍ਹਿਆ ਸੀ ਨਾ ਇਹਨਾਂ ਦੀ ਵੀ ਜਿਹੜੀ ਐਨਾ ਸਿਮਨ ਆ ਉਹਨੇ ਵਿਆਹ ਕਰਾਇਆ ਇੱਕ ਸਿਲਵਰ ਸਮਿਥ ਨਾਲ ਜਿਹਦਾ ਨਾਮ ਸੀ ਬਾਰਟਰਮ। ਹੁਣ ਜ਼ਾਹਿਰ ਸੀ ਗੱਲ ਆ ਜਿਹੜੇ ਉਹਦੇ ਬੱਚੇ ਹੋਣਗੇ ਤਾਂ ਬਾਰਟਰਮ ਨੂੰ ਹੀ ਫਾਦਰ ਕਹਿਣਗੇ। ਉਹੀ ਉਰੇ ਕਹਿ ਰਹੇ ਨੇ we are nothing ਅਸੀਂ ਕੁਛ ਵੀ ਨਹੀਂ ਹੈਗੇ। less than nothing ਅਸੀਂ ਕੁਛ ਵੀ ਤੋਂ ਵੀ ਬਹੁਤ ਘੱਟ ਆ। and dreams ਅਸੀਂ ਕੀ ਆ? ਸੁਪਨੇ ਆ। ਸੁਪਨੇ ਤਾਂ ਰੀਅਲ 'ਚ ਸੱਚ ਹੁੰਦੇ ਨਹੀਂ ਤਾਂ ਉਦੋਂ ਜਮੇ ਇੰਨੇ ਕੀ ਆ ਵੈਲਿਊ ਆਪਣੇ ਸੁਪਨੇ ਉਹਨਾਂ 'ਚ ਜ਼ਿੰਦਗੀ 'ਚ, ਹੈ ਨਾ। ਤਾਂ ਅਸੀਂ ਕਹਿੰਦੇ ਉਹੀ ਉਹ ਕਹਿ ਰਹੇ ਕਹਿੰਦੇ ਅਸੀਂ ਕੁਛ ਵੀ ਤੋਂ ਵੀ ਬਹੁਤ ਘੱਟ ਆ, ਅਸੀਂ ਸੁਪਨੇ ਆ ਜਸਟ। we are only what might have been ਅਸੀਂ ਉਹੀ ਆ ਜਿਹੜੇ ਹੋ ਸਕਦੇ ਸੀ। ਯਾਨੀ ਕਿ ਉਹ ਚਾਰਲਸ ਲੈਮ ਨੂੰ ਕਹਿ ਰਹੇ ਨੇ ਕਹਿੰਦੇ ਵੀ ਚਾਰਲਸ ਲੈਮ ਜੇਕਰ ਤੇਰਾ ਵਿਆਹ ਐਨਾ ਸਿਮਨ ਨਾਲ ਹੁੰਦਾ ਤਾਂ ਫਿਰ ਅਸੀਂ ਤੇਰੇ ਜਵਾਕ ਹੁੰਦੇ। ਅਸੀਂ ਉਹੀ ਆ ਜੋ ਹੋ ਸਕਦੇ ਸੀ ਜੇ ਤੇਰਾ ਵਿਆਹ ਐਨਾ ਸਿਮਨ ਨਾਲ ਹੁੰਦਾ, ਬਟ ਹੋਇਆ ਹੀ ਨਹੀਂ। and must wait upon the tedious shores of Lethe millions of ages before we have existence and a name। ਹੁਣ ਉਹ ਕੀ ਕਹਿੰਦੇ ਇਹ ਲਾਈਨ 'ਚ ਦੇਖੋ ਤਿੰਨ ਚੀਜ਼ਾਂ ਸਮਝੋ, tedious shores ਔਰ ਲਿਥੇ। ਦੇਖੋ ਟੇਡੀਅਸ ਦਾ ਮਤਲਬ ਕੀ ਹੁੰਦਾ? ਉਬਾਊ ਮਤਲਬ ਆਪਾਂ ਥੋੜਾ ਜਿਹਾ ਉਹ ਹੋ ਜਾਂਦੇ ਆ ਥੱਕ ਗਏ ਇੰਤਜ਼ਾਰ ਕਰਦੇ ਕਰਦੇ, ਬਹੁਤ ਆਪਾਂ ਵੇਟ ਕੀਤਾ ਕਿਸੇ ਦਾ, ਬਹੁਤ ਚਿਰਾਂ ਤੋਂ ਕਿਸੇ ਦਾ ਇੰਤਜ਼ਾਰ ਕਰਨਾ। ਸ਼ੋਰਸ ਮਤਲਬ ਕੀ ਹੁੰਦਾ? ਕਿਨਾਰਾ, ਤੱਟ, ਠੀਕ ਹੈ। ਐਜ ਆਫ ਸੀ ਜਾਂ ਫਿਰ ਲੇਕ ਕੁਛ ਵੀ। ਔਰ ਉਰੇ ਸੀ ਜਾਂ ਲੇਕ ਜਾਂ ਰਿਵਰ ਕੀ ਆ? ਲਿਥੇ ਇੱਕ ਰਿਵਰ ਆ ਜਿਹਨੂੰ ਆਪਾਂ ਕੀ ਕਹਿੰਦੇ ਆ? ਰਿਵਰ ਆਫ ਫੋਰਗੇਟਫੁਲਨੈਸ। ਉਰੇ ਕੀ ਹੁੰਦਾ ਵਾ ਜਿਹੜੀ ਜਿਵੇਂ ਕਿਸੇ ਦੀ ਡੈਥ ਹੋ ਗਈ ਉਹਦੀ ਆਤਮਾ ਉੱਥੇ ਜਾਂਦੀ ਆ। ਇਹ ਗ੍ਰੀਕ ਮੈਥੋਲੋਜੀ ਦਾ ਕਨਸੈਪਟ ਹੈ, ਠੀਕ ਹੈ। ਉਹ ਉੱਥੇ ਲੀਥੇ ਨਦੀ 'ਚ ਜਾਂਦੀ ਹੈ ਦੈਨ ਬਾਹਰ ਨਿਕਲਦੀ ਆ ਆਤਮਾ। ਉਹ ਜਦੋਂ ਲੀਥੇ ਨਦੀ 'ਚ ਜਾ ਕੇ ਨਿਕਲਦੀ ਆ
ਤਾਂ ਉਹ ਆਪਣਾ ਪਿਛਲਾ ਜਨਮ ਸਾਰਾ ਭੁੱਲ ਜਾਂਦੀ ਹੈ। ਜਿਵੇਂ ਆਪਣੇ ਹਿੰਦੂ 'ਚ ਹੁੰਦਾ ਵਾ ਵੈਤਰਨੀ ਨਦੀ 'ਚ, ਠੀਕ ਹੈ, ਉਹ 'ਚ ਵੀ ਇਹੀ ਹੁੰਦਾ ਵਾ ਵੀ ਆਤਮਾਵਾਂ ਜਾਂਦੀਆਂ ਨੇ, ਉਹ ਵੈਤਰਨੀ ਨਦੀ 'ਚ ਜਾਂਦੀਆਂ ਨੇ, ਤੇ ਜਦੋਂ ਬਾਹਰ ਨਿਕਲਦੀਆਂ ਨੇ ਤਾਂ ਆਪਣਾ ਪੂਰਾ ਪਹਿਲਾ ਵਾਲਾ ਜਨਮ ਭੁੱਲ ਜਾਂਦੀਆਂ ਨੇ। ਉਹੀ ਉਹ ਕਹਿ ਰਹੇ ਨੇ ਮਿਲੀਅਨਸ ਆਫ ਏਜਿਸ, ਤੇ ਅੱਗੇ ਜਾ ਕੇ ਜਦੋਂ ਭੁੱਲ ਜਾਂਦੀਆਂ ਨੇ ਤਾਂ ਹੀ ਉਹ ਅੱਗੇ ਜਾ ਕੇ ਫਿਰ ਨਵਾਂ ਸਰੀਰ ਨਵਾਂ ਜਨਮ ਲੈਂਦੀਆਂ ਨੇ, ਠੀਕ ਹੈ ਨਾ। ਮਿਲੀਅਨਸ ਆਫ ਏਜਿਸ ਬਿਫੋਰ ਵੀ ਹੈਵ ਐਗਜ਼ਿਸਟੈਂਸ, ਯਾਨੀ ਇੱਕ ਜਨਮ ਮਿਲਣ 'ਚ, ਇੱਕ ਨਵਾਂ ਅਸਤਿਤਵ ਮਿਲਣ 'ਚ, ਐਂਡ ਅ ਨੇਮ। ਕਹਿੰਦੇ ਵੀ ਸਾਨੂੰ ਬਹੁਤ ਟਾਈਮ ਵੇਟ ਕਰਨਾ ਪੈਣਾ, ਟੇਡੀਅਸ ਬਹੁਤ ਟਾਈਮ ਵੇਟ ਕਰਨਾ ਪੈਣਾ ਲੀਥੇ ਨਦੀ ਦੇ ਕਿਨਾਰੇ ਬਹਿ ਕੇ, ਠੀਕ ਹੈ, ਵੀ ਅਸੀਂ ਫਿਰ ਉਹਦੇ ਵਿੱਚ ਨਹਾਈਏ ਤੇ ਫਿਰ ਅਸੀਂ ਨਵਾਂ ਜਨਮ ਲਈਏ, ਤੇ ਔਰ ਨਵਾਂ ਜਨਮ ਨਵਾਂ ਨਾਮ ਐਂਡ ਅ ਨੇਮ ਲਿਖਿਆ ਹੋਇਆ ਨਾ, ਲਈਏ ਐਜ਼ ਯੋਰ ਚਿਲਡਰਨ, ਕਿਉਂਕਿ ਇਸ ਜਨਮ 'ਚ ਤਾਂ ਤੇਰਾ ਵਿਆਹ ਹੋਇਆ ਨਹੀਂ ਉਹਦੇ ਨਾਲ, ਐਨੇ ਸਿੰਪਲ। ਤਾਂ ਉਹੀ ਕਹਿੰਦੇ ਸਾਨੂੰ ਮਿਲੀਅਨਸ ਆਫ ਏਜਿਸ ਮਤਲਬ ਬਹੁਤ ਚਿਰਾਂ ਤੱਕ ਵੇਟ ਕਰਨਾ ਪੈਣਾ। ਹੁਣ ਦੇਖੋ ਇੰਨਾ ਉਹ ਕਹਿ ਕੇ ਚੁੱਪ ਕਰ ਗਏ, ਜਿਹੜੇ ਬੱਚੇ ਨੇ ਚਲੇ ਗਏ। ਐਂਡ ਇਮੀਡੀਏਟਲੀ ਅਵੇਕਿੰਗ, ਹੁਣ ਚਾਰਲਸ ਲੈਮ ਆਪਣਾ ਦੱਸ ਰਹੇ ਨੇ, ਕਹਿੰਦੇ ਅਚਾਨਕ ਮੇਰੀ ਅੱਖ ਖੁੱਲੀ। I found myself quietly seated in my bachelor armchair, ਕਹਿੰਦੇ ਮੈंने ਆਪਣੇ ਆਪ ਨੂੰ ਕਿੱਥੇ ਪਾਇਆ ਵੀ ਮੈਂ ਆਪਣੀ ਇੱਕ ਆਰਮ ਚੇਅਰ ਤੇ ਬੈਠਾ ਹਾਂ, ਠੀਕ ਹੈ। ਆਰਮ ਚੇਅਰ ਕੀ ਹੁੰਦਾ, ਤੁਹਾਨੂੰ ਇਹ ਪਿਕਚਰ ਦਿਖ ਰਹੀ ਹੋਏਗੀ, ਏਦਾਂ ਦੀ ਆਰਮ ਚੇਅਰ ਹੁੰਦੀ ਹੈ, ਠੀਕ ਹੈ। ਹੁਣ ਦੇਖੋ ਇੱਕ ਚੀਜ਼ ਉਰੇ ਦੇਖੋ, ਕਹਿੰਦੇ ਕੁਆਇਟਲੀ ਸੀਟਡ, ਆਪਣੀ ਚੇਅਰ ਤੇ ਚੁੱਪਚਾਪ ਬੈਠਾ ਹੋ ਆਪਣੀ ਆਰਮ ਚੇਅਰ ਤੇ, ਲੇਕਿਨ ਆਰਮ ਚੇਅਰ ਨੂੰ ਬੈਚਲਰ ਕਿਉਂ ਲਿਖਤਾ? ਜਿਹੜੀ ਕੋਈ ਚੇਅਰ ਹੈ, ਚੇਅਰ ਥੋੜੀ ਨਾ ਬੈਚਲਰ ਹੋ ਸਕਦੀ ਹੈ, ਬੰਦਾ ਬੈਚਲਰ ਹੋ ਸਕਦਾ ਹੈ, ਔਰ ਉਰੇ ਚਾਰਲਸ ਲੈਮ ਬੈਚਲਰ ਹੈ, ਉਹਨਾਂ ਨੇ ਵਿਆਹ ਹੀ ਨਹੀਂ ਕਰਾਇਆ, ਹੈ ਨਾ। ਤਾਂ ਦੇਖੋ ਉਰੇ ਕੀ ਆ, ਕਿਹੜਾ ਫਿਗਰ ਆਫ ਸਪੀਚ ਆ, ਟ੍ਰਾਂਸਫਰ ਆਫ ਐਪੀਥੇਟ, ਕਿਉਂਕਿ ਜਿਹੜੀ ਬੈਚਲਰ ਆ ਉਹ ਚੇਅਰ ਨਹੀਂ ਹੈਗੀ, ਉਹ ਕੌਣ ਹੈ, ਚਾਰਲਸ ਲੈਮ ਨੇ, ਠੀਕ ਹੈ। ਵੇਅਰ ਆਈ ਹੈਡ ਫਾਲਨ ਅਸਲੀਪ, ਕਹਿੰਦੇ ਮੈਨੇ ਜਦੋਂ ਉਹਨਾਂ ਦੀ ਅੱਖਾਂ ਖੁੱਲੀਆਂ, ਉਹਨਾਂ ਨੇ ਆਪਣੇ ਆਪ ਨੂੰ ਇੱਕ ਚੇਅਰ ਤੇ ਬੈਠਿਆ ਹੋਇਆ ਪਾਇਆ, ਜਿੱਥੇ ਕਿ ਮੈਂ ਸੋ ਗਿਆ ਸੀ। ਵਿਦ ਦ ਫੇਥਫੁਲ ਬ੍ਰਿਜਿਟ ਅਨਚੇਂਜਡ ਬਾਈ ਮਾਈ ਸਾਈਡ, ਬ੍ਰਿਜਿਟ ਉਰੇ ਕਿਹਦੇ ਲਈ ਵਰਤਿਆ ਗਿਆ, ਉਹਨਾਂ ਦੀ ਭੈਣ ਮੈਰੀ ਲੈਂਬ ਲਈ, ਠੀਕ ਹੈ। ਕਹਿੰਦੇ ਮੈਂ ਜਿੱਥੇ ਸੋ ਰਿਹਾ ਸੀ ਤੇ ਮੇਰੇ ਬਗਲ 'ਚ ਕੌਣ ਬੈਠੀ ਸੀਗੀ, ਮੇਰੇ ਨੇੜੇ ਕੌਣ ਬੈਠੀ ਸੀ, ਮੇਰੀ ਭੈਣ ਬੈਠੀ ਸੀ। ਫਿਰ EM ਡੈਸ਼ ਹੈ, ਫਿਰ ਰੁਕਿਆ, ਫਿਰ ਦੈਨ ਖਤਮ ਹੋ ਗਿਆ। ਬਟ ਜੌਨ ਐਲ, ਜਿਹੜੇ ਕਿ ਜੌਨ ਉਹ ਇਹ ਪੂਰੀ ਕਹਾਣੀ 'ਚ ਸੀਗੇ, ਜਿਹੜੇ ਐਜ਼ ਅ ਫਾਦਰ ਰੋਲ ਪਲੇ ਕਰ ਰਹੇ ਸੀਗੇ, ਜੌਨ ਐਲ ਔਰ ਜੇਮਸ ਇਲੀਆ ਵਾਸ ਗੋਨ ਫੋਰਐਵਰ, ਤੇ ਉਹ ਹਮੇਸ਼ਾ ਲਈ ਜਾ ਚੁੱਕਿਆ ਸੀ। ਕੌਣ? ਜਿਹੜਾ ਕਿ ਜੌਨ ਐਜ਼ ਅ ਫਾਦਰ ਰੋਲ ਪਲੇ ਕਰ ਰਿਹਾ ਸੀ। ਹੁਣ ਸਾਰਾ ਕਿੱਸਾ ਹੀ ਖਤਮ ਹੋ ਗਿਆ, ਸਪਨਾ ਹੀ ਖਤਮ ਹੋ ਗਿਆ, ਤਾਂ ਉਹ ਜਿਹੜਾ ਐਜ਼ ਅ ਫਾਦਰ ਰੋਲ ਪਲੇ ਕਰ ਰਿਹਾ ਸੀ ਉਹ ਵੀ ਚਲਾ ਗਿਆ, ਖਤਮ। ਜਿਵੇਂ ਮੈਂ ਲਾਈਵ ਕਲਾਸਾਂ 'ਚ ਸਾਰਿਆਂ ਨੂੰ ਕਹਿੰਦੀ ਹੁੰਦੀ ਹਾਂ, ਕੋਈ ਵੀ ਵਰਕ ਖਤਮ ਹੋਣ ਤੋਂ ਬਾਅਦ ਵੀ ਇੱਕ ਬਾਕਸ ਬਣਾਓ। ਹੁਣ ਆਪਾਂ ਥੋੜਾ ਜਿਹਾ ਐਕਸਟਰਾ ਗਿਆਨ ਲੈਂਦੇ ਹਾਂ, ਤਾਂ ਇਹਦੇ ਵਿੱਚ ਐਕਸਟਰਾ ਗਿਆਨ ਕੀ ਆ, ਦੇਖੋ ਜੇਮਸ ਇਲੀਆ, ਇਹ ਇਹਨਾਂ ਨੇ ਨਾਮ ਵਰਤਿਆ। ਜਿਹੜਾ ਇਹਨਾਂ ਵਿੱਚ ਇਲੀਆ ਵਾ, ਇਹ ਇਹਨਾਂ ਦਾ ਸਿਡੋਨਿਮ ਆ, ਇਹਨਾਂ ਦਾ ਪੈਨ ਨੇਮ ਆ। ਹੁਣ ਇਹਨਾਂ ਨੇ ਏਦਾਂ ਹੀ ਤਾਂ ਨਾਮ ਰੱਖਿਆ ਹੋਣਾ ਆਪਣਾ ਇਲੀਆ। ਇਲੀਆ ਦੇਖੋ ਕੌਣ ਸੀ, ਇਲੀਆ ਇੱਕ ਇਟਾਲੀਅਨ ਕਲਰਕ ਸੀਗਾ ਇਨ ਸਾਊਥ ਸੀ ਹਾਊਸ। ਸਾਊਥ ਸੀ ਹਾਊਸ ਕੁਛ ਯਾਦ ਆਇਆ? ਇਹਨਾਂ ਨੇ ਬਹੁਤ ਆਪਣੀ ਛੋਟੀ ਉਮਰ 'ਚ ਹੀ ਕੰਮ ਕਰਨਾ ਸ਼ੁਰੂ ਕੀਤਾ ਸੀ, ਔਰ ਸ਼ੁਰੂ ਕਿੱਥੋਂ ਕੀਤਾ ਸੀ? ਉੱਥੇ ਹੀ ਇਹ ਇੱਕ ਇਟਾਲੀਅਨ ਕਲਰਕ ਸੀ ਜਿਹਦਾ ਨਾਮ ਸੀ ਇਲੀਆ। ਉੱਥੋਂ ਇਹਨਾਂ ਨੇ ਆਪਣਾ ਸਿਡੋਨੇਮ ਰੱਖਿਆ ਇਲੀਆ, ਠੀਕ ਹੈ। ਤੇ ਇੱਕ ਚੀਜ਼ ਹੋਰ ਦੇਖੋ, ਜਿਹੜਾ ਇਹ ਐਸੇ ਆ, ਇਹਦੇ ਵਿੱਚ ਇਹਨਾਂ ਨੇ ਆਪਣਾ ਇਮੋਸ਼ਨਲ, ਆਪਣੇ ਆਈਡੀਆਜ਼, ਹਨਾ, ਆਪਣੀ ਫੀਲਿੰਗਸ ਸ਼ੇਅਰ ਕੀਤੀਆਂ। ਤੇ ਜਿਹੜਾ ਇਹ ਕਨਸੈਪਟ ਹੈ ਨਾ, ਆਪਣੀ ਫੀਲਿੰਗਸ, ਆਪਣੀ ਇਮੋਸ਼ਨਸ, ਆਪਣੇ ਆਈਡੀਆਜ਼ ਸ਼ੇਅਰ ਕਰਨਾ, ਹਨਾ, ਇਹ ਕੰਮ ਕਿਹਦਾ ਹੁੰਦਾ ਸੀ? ਰੋਮਾਂਟਿਕ ਐਰਾ ਵਿੱਚ ਜਿਹੜੇ ਉਹ ਰਾਈਟਰਸ ਹੁੰਦੇ ਸੀ ਉਹ ਕਰਦੇ ਸੀਗੇ। ਤਾਂ ਇੱਕ ਤਰ੍ਹਾਂ ਨਾਲ ਇਹਨਾਂ ਨੇ ਇੱਕ ਰੋਮਾਂਟਿਕ ਐਰਾ ਵੀ ਸ਼ੋ ਕੀਤਾ, ਜਿਹਦੇ ਵਿੱਚ ਆਪਣੀ ਫੀਲਿੰਗਸ, ਇਮੋਸ਼ਨ ਸ਼ੇਅਰ ਕਰਦੇ ਨੇਗੇ। ਕਲੀਅਰ? ਇਹ ਐਸੇ ਨੂੰ ਕਿਤੇ ਨਾ ਕਿਤੇ ਤੁਸੀਂ ਵੀ ਕਨੈਕਟ ਕੀਤਾ ਹੋਏਗਾ ਆਪਣੀ ਛੁੱਟੀਆਂ ਨਾਲ, ਥੋੜੇ ਜਿਹੇ ਇਮੋਸ਼ਨਲ ਵੀ ਹੋਏ ਹੋਣਗੇ। ਆਈ ਹੋਪ ਤੁਹਾਨੂੰ ਪੜ੍ਹ ਕੇ ਵਧੀਆ ਲੱਗਿਆ ਹੋਏਗਾ। ਤੇ ਜੇਕਰ ਤੁਹਾਨੂੰ ਕੋਈ ਡਾਊਟ ਹੈ ਤੁਸੀਂ ਕਮੈਂਟ ਬਾਕਸ 'ਚ ਕਰ ਲਓ, ਫਿਰ ਕਲੀਅਰ ਕਰ ਦਿੱਤਾ ਜਾਏਗਾ। ਟਿਲ ਦੈਨ ਕੀਪ ਸਟੱਡਿੰਗ ਐਂਡ ਕੀਪ ਵਾਚਿੰਗ ਦਿਸ ਚੈਨਲ।